ਗੁੱਡ ਈਵਨਿੰਗ ਜੀ। ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡੇ ਆਪਣੇ YouTube ਚੈਨਲ RH ਸਟੱਡੀ ਦੇ ਵਿੱਚ। ਆਪਾਂ ਜਿਹੜਾ ਇੱਕ ਨਵਾਂ ਕ੍ਰੈਸ਼ ਕੋਰਸ ਚਲਾਇਆ ਸੀ, ਜਿਸ ਦੇ ਵਿੱਚ ਐਂਟੀਟੀ ਦਾ ਸਿਲੇਬਸ ਸੀਗਾ ਅਤੇ ਉਸ ਦੇ ਨਾਲ ਹੀ PS ਟੈਟ ਦੇ ਸਿਲੇਬਸ ਦੇ ਨਾਲ ਰਿਲੇਟਡ ਕਲਾਸਾਂ ਸੀਗੀਆਂ ਸਾਈਕੋ ਦੀਆਂ। ਇਸ ਤੋਂ ਪਹਿਲਾਂ ਜਿਹੜੇ ਆਪਣੇ 3 ਟੌਪਿਕ ਬਣ ਚੁੱਕੇ ਨੇ। ਅੱਜ ਦਾ ਜਿਹੜਾ ਆਪਣਾ ਟੌਪਿਕ ਨੰਬਰ 4। ਸੋ ਜੋ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਇਹ ਪਹਿਲੀ ਵਾਰੀ ਆਏ ਨੇ ਬੱਚੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਪਸੰਦ ਹੈ ਤਾਂ ਲਾਈਕ ਜ਼ਰੂਰ ਕਰਨਾ, ਸ਼ੇਅਰ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ। ਆਓ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਨੈਕਸਟ ਵੀਡੀਓ ਦਾ ਫਸਟ ਕੁਐਸਚਨ ਹੀ ਦੇਖੋ। ਬ੍ਰੇਲ ਇੱਕ ਲਿਪੀ ਦਾ ਨਾਮ ਹੈ। ਬ੍ਰੇਲ ਦੀ ਵਰਤੋਂ ਪੜ੍ਹਨ ਦੇ ਉਦੇਸ਼ ਲਈ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਕਿਹੜੀ ਇੰਦਰੀ ਬ੍ਰੇਲ ਰਾਹੀਂ ਪੜ੍ਹਨ ਦੇ ਲਈ ਵਰਤੀ ਜਾਂਦੀ ਹੈ? ਇੱਥੇ ਮੈਂ ਤੁਹਾਨੂੰ ਖਾਸ ਕਰ ਦੱਸਦਾ, ਜਿਹੜੀ ਬ੍ਰੇਲ ਲਿਪੀ ਹੁੰਦੀ ਹੈ ਉਹਨਾਂ ਬੱਚਿਆਂ ਵਾਸਤੇ ਵਰਤੀ ਜਾਂਦੀ ਜਿਹੜੇ ਅੱਖਾਂ ਤੋਂ ਸਹੀ ਢੰਗ ਨਾਲ ਦੇਖ ਨਹੀਂ ਸਕਦੇ, ਠੀਕ ਹੈ, ਨੇਤਰਹੀਣ ਬੱਚਿਆਂ ਲਈ। ਆਪਸ਼ਨ ਹੈ ਦ੍ਰਿਸ਼ਟੀ, ਸੁੰਘਣਾ, ਸੁਣਨਾ ਜਾਂ ਸਪਰਸ਼ ਰਾਹੀਂ। ਦ੍ਰਿਸ਼ਟੀ ਦੇ ਭਾਵ ਦੇਖਣਾ, ਦੇਖ ਤਾਂ ਸਕਦੇ ਨਹੀਂ। ਸੁੰਘਣਾ, ਸੁਣਨਾ, ਸਪਰਸ਼ ਰਾਹੀਂ। ਇਸ ਦਾ ਰਾਈਟ ਆਨਸਰ ਆਊਗਾ ਜੀ ਨੰਬਰ 4, ਸਪਰਸ਼ ਰਾਹੀਂ। ਉਹਨਾਂ ਇਹ ਅਜਿਹੀ ਲਿਪੀ ਹੁੰਦੀ ਜਿਹੜੀ ਇੱਕ ਨਾ ਕਹਿੰਦੇ ਉੱਭਰੇ ਹੋਏ ਅੱਖਰ ਹੁੰਦੇ ਨੇ, ਜਿਨ੍ਹਾਂ ਦੇ ਉੱਪਰ ਬੱਚੇ ਹੱਥ ਫੇਰ ਕੇ ਸਪਰਸ਼ ਕਰਕੇ ਦੇਖ ਸਕਦੇ ਨੇ, ਠੀਕ ਹੈ ਜੀ। ਨੈਕਸਟ ਕੁਐਸਚਨ। ਵਿਕਾਸਵਾਦੀ ਮਨੋਵਿਗਿਆਨਕ ਮੰਨਦੇ ਹਨ ਕਿ ਮਾਨਵ ਵਿਕਾਸ ਹੁੰਦਾ ਹੈ। ਜਿਹੜੇ ਵਿਕਾਸਵਾਦੀ ਮਨੋਵਿਗਿਆਨਕ ਨੇ ਉਹ ਇਹ ਮੰਨਦੇ ਨੇ ਕਿ ਜਿਹੜਾ ਮਾਨਵ ਵਿਕਾਸ ਹੁੰਦਾ ਹੈਗਾ ਤਰਤੀਬ ਅਨੁਸਾਰ ਹੁੰਦਾ ਹੈ, ਜਿਸ ਦਾ ਪਹਿਲਾਂ ਤੋਂ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ, ਥੋੜ੍ਹੇ ਜਿਹੇ ਵਿਅਕਤੀਗਤ ਅੰਤਰ ਨਾਲ ਜਾਂ ਪਰਿਮਾਣਾਤਮਕ ਰੂਪ ਤੋਂ। ਇਹ PS ਟੈਟ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਜੀ। ਇਸ ਦੀ ਨਾ ਗ੍ਰੇਸ ਦਿੱਤੀ ਗਈ ਸੀ। ਹੁਣ ਦੇਖੋ, ਵਿਕਾਸਵਾਦੀ ਮਨੋਵਿਗਿਆਨਕ ਕੀ ਮੰਨਦੇ ਨੇ? ਜਿਹੜਾ ਮਾਨਵ ਵਿਕਾਸ ਹੈ ਉਹ ਤਰਤੀਬ ਅਨੁਸਾਰ ਹੁੰਦਾ ਹੈ, ਸਮੇਂ ਦੇ ਤੋਂ ਪਹਿਲਾਂ ਅਨੁਮਾਨ ਲਗਾਇਆ ਜਾ ਸਕਦਾ ਹੈ। ਰਾਈਟ ਤਾਂ ਆਨਸਰ ਇਸ ਦਾ ਮੇਰੇ ਅਕੋਰਡਿੰਗ ਤਾਂ 2 ਹੀ ਰਹੇਗਾ, ਜਿਸ ਦਾ ਪਹਿਲਾਂ ਤੋਂ ਕੀ ਲਗਾਇਆ ਜਾ ਸਕਦਾ ਹੈਗਾ? ਅਨੁਮਾਨ ਲਗਾਇਆ ਜਾ ਸਕਦਾ। ਰਾਈਟ ਆਨਸਰ ਨੰਬਰ 2। ਅੱਗੇ ਦੇਖੋ, ਇਹਨਾਂ ਵਿੱਚੋਂ ਕਿਹੜਾ ਕਥਨ ਸਿੱਖਿਆ ਪ੍ਰਕਿਰਿਆ ਦਾ ਲੱਛਣ ਨਹੀਂ ਹੈ? ਇਹਨਾਂ ਵਿੱਚੋਂ ਕਿਹੜਾ ਉਹ ਕਥਨ ਹੈ ਜਿਹੜਾ ਸਿੱਖਿਆ ਪ੍ਰਕਿਰਿਆ ਦਾ ਲੱਛਣ ਨਹੀਂ ਹੈਗਾ? ਸਿੱਖਿਆ ਸਿਰਫ ਉਦੇਸ਼ਾਂ ਰਾਹੀਂ ਜਨਮ ਲੈਂਦੀ ਹੈ, ਉਪਦੇਸ਼ਾਂ ਰਾਹੀਂ। ਸਿੱਖਿਆ ਇੱਕ ਨਿਰੰਤਰ ਪ੍ਰਕਿਰਿਆ ਹੈ। ਸਿੱਖਿਆ ਉਦੇਸ਼ 'ਤੇ ਆਧਾਰਿਤ ਹੁੰਦੀ ਹੈ ਜਾਂ ਸਿੱਖਿਆ ਜੀਵਨ ਕਾਲੀਨ ਪ੍ਰਕਿਰਿਆ ਹੈ? ਕਿਹੜਾ ਕਥਨ ਹੈ ਜਿਹੜਾ ਸਿੱਖਿਆ ਪ੍ਰਕਿਰਿਆ ਦਾ ਲੱਛਣ ਨਹੀਂ ਹੈ? ਇਸ ਦਾ ਰਾਈਟ ਆਨਸਰ ਹੈ ਨੰਬਰ 1, ਸਿੱਖਿਆ ਸਿਰਫ ਉਪਦੇਸ਼ਾਂ ਰਾਹੀਂ ਜਨਮ ਲੈਂਦੀ ਹੈ। ਨੈਕਸਟ ਦੇਖੋ, ਮੁੱਖ ਅਤੇ ਗੌਣ ਯਾਦਾਸ਼ਤ, ਪ੍ਰਾਇਮਰੀ ਅਤੇ ਸੈਕੰਡਰੀ ਮੈਮਰੀ ਦੀ ਸੰਕਲਪਨਾ ਕਿਸਨੇ ਦਿੱਤੀ? ਵਾਹ ਅਤੇ ਨੋਰਾਮਨ ਨੇ, ਸਟਰਨਬਰਗ ਨੇ, ਐਟਕਿਸਨ ਅਤੇ ਸਿਫਰਨ ਨੇ ਜਾਂ ਵਾਈਗੋਤਸਕੀ ਨੇ? ਰਾਈਟ ਆਨਸਰ ਹੈ ਨੰਬਰ 2, ਸਟਰਨਬਰਗ ਨੇ। ਅੱਗੇ ਦੇਖੋ, ਇੱਕ ਕੌਸ਼ਾਣ ਸਿੱਖਣ ਦੀ ਪਹਿਲੀ ਅਵਸਥਾ ਹੈ। ਪਰਿਸ਼ੁੱਧਤਾ, ਵਿਹਾਰ ਕੁਸ਼ਲਤਾ, ਤਾਲਮੇਲ ਜਾਂ ਅਨੁਕਰਨ ਨੇ? ਇੱਕ ਕੌਸ਼ਾਣ ਸਿੱਖਣ ਦੀ ਪਹਿਲੀ ਅਵਸਥਾ ਕਿਹੜੀ ਹੈ? ਰਾਈਟ ਆਨਸਰ ਹੈ ਜੀ ਨੰਬਰ 4, ਅਨੁਕਰਨ। ਅੱਗੇ ਦੇਖੋ, ਪੜ੍ਹਨ ਦੀ ਤਕਨੀਕ ਜਿਸ ਦੀ ਵਰਤੋਂ ਅਨੁਕਰਮ ਜਾਂ ਸਮ ਅਰਥ ਕੋਸ਼ ਵਿੱਚ ਪਦਾਂ ਅਤੇ ਸੰਦਰਭ ਲੱਛਣ ਵਾਸਤੇ ਕੀਤੀ ਜਾਵੇਗੀ, ਉਸ ਨੂੰ ਕੀ ਆਖਦੇ ਹਨ? ਆਪਸ਼ਨ ਦੇਖੋ, ਪੜ੍ਹਨ ਦੀ ਕੁੰਜੀ, ਪੁਨਰ ਪੜ੍ਹਨਾ, ਸਕੈਨਿੰਗ ਜਾਂ ਰੱਟਾ? ਰਾਈਟ ਆਨਸਰ ਹੈ ਨੰਬਰ 3, ਸਕੈਨਿੰਗ। ਅੱਗੇ ਦੇਖੋ, ਬੱਚਿਆਂ ਵਿੱਚ ਸਵੈ ਅਧਿਆਪਨ ਦੀ ਆਦਤ ਕਿਸ ਤਰ੍ਹਾਂ ਵਿਕਸਿਤ ਕੀਤੀ ਜਾ ਸਕਦੀ ਹੈ? ਬੱਚਿਆਂ ਦੇ ਵਿੱਚ ਸਵੈ ਅਧਿਆਪਨ ਦੀ ਜਿਹੜੀ ਆਦਤ ਹੈ ਕਿਵੇਂ ਵਿਕਸਿਤ ਕੀਤੀ ਜਾ ਸਕਦੀ ਹੈ? ਮਹਾਨ ਵਿਅਕਤੀਆਂ ਦੀ ਉਦਾਹਰਨਾਂ ਦੇਖ ਕੇ ਕੁਐਸਚਨ ਆਪਾਂ ਪਹਿਲਾਂ ਵੀ ਕੀਤਾ ਸੀਗਾ। ਇਸ ਦਾ ਰਾਈਟ ਆਨਸਰ ਆਊਗਾ ਨੰਬਰ 4, ਨਵਾਂ ਇਤਿਹਾਸ, ਜਿਹੜਾ ਨਵਾਂ ਸਾਹਿਤ ਹੈ ਉਪਲਬਧ ਕਰਵਾ ਕੇ। ਕੁਐਸਚਨ ਹੀ ਬਹੁਤ ਵੱਡਾ ਦੇਖੋ, ਅਮਨ ਅਤੇ ਚਮਨ ਕਹਿੰਦੇ ਦੋਵੇਂ ਮਿੱਟੀ ਵਿੱਚ ਖੇਡ ਰਹੇ ਹਨ। 2 ਬੱਚੇ ਨੇ ਜਿਹੜੇ ਆਪਸ ਦੇ ਵਿੱਚ ਖੇਡ ਰਹੇ ਨੇ। ਅਚਾਨਕ ਜਿਹੜਾ ਅਮਨ ਹੈ ਇੱਕ ਬੱਚੇ ਨੂੰ ਗੇਂਦ ਨਾਲ ਖੇਡਦਾ ਹੋਇਆ ਦੇਖਦਾ ਗਾ, ਤੀਸਰੇ ਬੱਚੇ ਨੂੰ। ਉਹ ਉਸ ਦੇ ਨਾਲ ਖੇਡਣ ਦਾ ਫੈਸਲਾ ਕਰਦਾ। ਜਿਵੇਂ ਉਹ ਚਮਨ ਨੂੰ ਛੱਡ ਕੇ ਜਾਣ ਲੱਗਦਾ ਤਾਂ ਚਮਨ ਕੀ ਹੋ ਜਾਂਦਾ? ਉਦਾਸ ਹੋ ਜਾਂਦਾ ਅਤੇ ਉਸ ਨੂੰ ਮਿੱਟੀ ਦੇ ਵਿੱਚ ਧੱਕਾ ਦੇ ਦਿੰਦਾ ਅਤੇ ਅੰਤ ਵਿੱਚ ਦੋਵੇਂ ਬੱਚੇ ਮਿੱਟੀ ਦੇ ਵਿੱਚ ਕੀ ਹੋ ਜਾਂਦੇ ਨੇ? ਗੁੱਥਮ ਗੁੱਥਾ ਭਾਵ ਆਪਸ ਦੇ ਵਿੱਚ ਲੜਨ ਲੱਗਦੇ ਨੇ ਕਿ ਉਹ ਤੀਸਰੇ ਥਾਂ 'ਤੇ ਜਾਣ ਦਿੰਦਾ ਉਹਨੂੰ, ਠੀਕ ਹੈ ਜੀ, ਦੂਸਰੇ ਥਾਂ 'ਤੇ। ਇੱਕ ਦੂਜੇ ਨੂੰ ਮਾਰ ਲੱਗਦੇ ਹਨ। ਇਹ ਉਦਾਹਰਨ ਕਾਹਦੀ ਹੈ?
ਸੰਬੰਧਾਤਮਕ ਆਕਰਮਕਤਾ, ਪ੍ਰਗਟ ਆਕਰਮਕਤਾ ਜਾਂ ਅਪ੍ਰਗਟ ਵਰਤਾਓ ਜਾਂ ਆਚਰਣ ਵਿਕਾਰ। ਰਾਈਟ ਆਂਸਰ ਹੈ ਨੰਬਰ 4 ਆਚਰਣ ਵਿਕਾਰ। ਅੱਗੇ ਦੇਖੋ, ਆਧੁਨਿਕ ਮਨੋਵਿਗਿਆਨ ਦਾ ਸੰਬੰਧ ਵਿਹਾਰ ਦੀ ਵਿਗਿਆਨ ਖੋਜ ਨਾਲ ਹੈ। ਕਿਸ ਦਾ ਕਥਨ ਹੈ? ਆਧੁਨਿਕ ਮਨੋਵਿਗਿਆਨ ਦਾ ਜਿਹੜਾ ਸੰਬੰਧ ਹੈ ਉਹ ਵਿਹਾਰ ਦੀ ਵਿਗਿਆਨ ਖੋਜ ਨਾਲ ਹੈ। ਕਿਸ ਦਾ ਕਥਨ ਹੈ? ਮਨ ਦਾ, ਵਾਟਸਨ ਦਾ, ਕਰੋ ਐਂਡ ਕਰੋ ਦਾ ਜਾਂ ਵੁੱਡਵਰਥ ਦਾ। ਰਾਈਟ ਆਂਸਰ ਹੈ ਜੀ ਨੰਬਰ 1 ਮਨ ਦਾ। ਅੱਗੇ ਦੇਖੋ, ਸਿੱਖਣ ਦਾ ਸੰਬੰਧ ਹੈ ਸੋਚਣ ਨਾਲ, ਯਾਦ ਸ਼ਕਤੀ ਨਾਲ, ਰਚਨਾਤਮਕਤਾ ਨਾਲ ਜਾਂ ਸਾਰਿਆਂ ਨਾਲ। ਰਾਈਟ ਆਂਸਰ ਨੰਬਰ 4 ਸਾਰਿਆਂ ਨਾਲ। ਸਿੱਖਣ ਦਾ ਸੰਬੰਧ ਸਾਰਿਆਂ ਨਾਲ ਹੀ ਆਊਗਾ। ਅੱਗੇ ਦੇਖੋ, ਮਨੁੱਖ ਦੇ ਸਰੀਰਕ ਅੰਗਾਂ ਦੀ ਕਿਰਿਆਤਮਕ ਉન્નਤੀ ਨੂੰ ਕੀ ਆਖਿਆ ਜਾਂਦਾ ਹੈ? ਮਨੁੱਖ ਦੇ ਸਰੀਰਕ ਅੰਗਾਂ ਦੀ ਕਿਰਿਆਤਮਕ ਉન્નਤੀ ਨੂੰ ਕੀ ਆਖਿਆ ਜਾਂਦਾ ਹੈ? ਸ਼ਕਤੀ ਦੇ ਵਿੱਚ ਵਾਧਾ, ਵਿਕਾਸ, ਸਰਵਪੱਖੀ ਵਿਕਾਸ ਜਾਂ ਸਾਰੇ। ਇਸ ਦਾ ਰਾਈਟ ਆਂਸਰ ਹੈ ਨੰਬਰ 2 ਵਿਕਾਸ। ਅੱਗੇ ਦੇਖੋ, ਅਨੁਭਵਾਂ ਦੁਆਰਾ ਵਿਵਹਾਰ ਦੇ ਵਿੱਚ ਤਬਦੀਲੀ ਲਿਆਉਣਾ ਹੀ ਸਿੱਖਣਾ ਹੈ। ਕਿਸ ਦਾ ਕਥਨ ਹੈ? ਗੇਟਸ ਦਾ, ਮਨ ਦਾ, ਵਾਟਸਨ ਦਾ ਜਾਂ ਵੁੱਡਵਰਥ ਦਾ। ਰਾਈਟ ਆਂਸਰ ਹੈ ਨੰਬਰ 1 ਗੇਟਸ ਦਾ। ਅੱਗੇ ਦੇਖੋ, ਸੋਚਣਾ, ਕਲਪਨਾ, ਯਾਦ, ਇਕਾਗਰਤਾ, ਨਿਰੀਖਣ ਆਦਿ ਕਿਹੜੇ ਵਿਕਾਸ ਦੇ ਅਧੀਨ ਆਉਂਦੇ ਹਨ? ਮਾਨਸਿਕ ਵਿਕਾਸ, ਸਮਾਜਿਕ ਵਿਕਾਸ, ਭਾਵਨਾਤਮਕ ਵਿਕਾਸ ਜਾਂ ਨੈਤਿਕ ਵਿਕਾਸ। ਰਾਈਟ ਆਂਸਰ ਨੰਬਰ 1 ਮਾਨਸਿਕ ਵਿਕਾਸ। ਵਾਧੇ ਅਤੇ ਵਿਕਾਸ ਨੂੰ ਕਿੰਨੀਆਂ ਅਵਸਥਾ ਦੇ ਵਿੱਚ ਵੰਡਿਆ ਜਾਂਦਾ? 2, 3, 4 ਜਾਂ 5। ਰਾਈਟ ਆਂਸਰ ਹੈ ਨੰਬਰ 3 4 ਦੇ ਵਿੱਚ। ਅੱਗੇ ਦੇਖੋ, ਸਿੱਖਣਾ ਕੀ ਹੈ? ਨਿਰੰਤਰ ਪ੍ਰਕਿਰਿਆ, ਸੀਮਿਤ ਪ੍ਰਕਿਰਿਆ, ਉਪਲਬਧ ਪ੍ਰਕਿਰਿਆ ਜਾਂ ਕੋਈ ਵੀ ਨਹੀਂ। ਸਿੱਖਣਾ ਕੀ ਹੈ? ਇੱਕ ਨਿਰੰਤਰ ਪ੍ਰਕਿਰਿਆ। ਅੱਗੇ ਦੇਖੋ, ਸਿੱਖਣ ਦੀਆਂ ਕੀ ਲੋੜਾਂ ਹਨ? ਸਿੱਖਿਆ ਦੀਆਂ ਕੀ ਲੋੜਾਂ ਹਨ? ਰੁਚੀ, ਮਨੋਵਿਗਿਆਨ ਦੀ ਜਾਣਕਾਰੀ, ਸਿੱਖਿਆ ਵਿਧੀਆਂ ਜਾਂ ਉਪਰੋਕਤ ਸਾਰੀ। ਸਿੱਖਿਆ ਦੀਆਂ ਕੀ ਲੋੜਾਂ ਹਨ? ਰਾਈਟ ਆਂਸਰ ਹੈ ਜੀ ਨੰਬਰ 4 ਉਪਰੋਕਤ ਸਾਰੀ। ਰੁਚੀ ਵੀ ਚਾਹੀਦੀ ਸਿੱਖਿਆ ਦੇ ਵਿੱਚ, ਹੈ ਨਾ, ਮਨੋਵਿਗਿਆਨ ਦੀ ਜਾਣਕਾਰੀ ਵੀ ਅਤੇ ਸਿੱਖਿਆ ਦੀਆਂ ਵਿਧੀਆਂ ਵੀ। ਅੱਗੇ ਦੇਖੋ, ਵਧੀਆ ਜਮਾਤ ਸੰਗਠਨ ਦਾ ਤਰੀਕਾ ਕੀ ਹੈ? ਸਮੂਹਿਕ ਕਾਰਜਕ੍ਰਮ, ਸੈਰ ਸਪਾਟੇ ਦਾ ਸੰਬੰਧ, ਕਾਰਜਕ੍ਰਮ ਦੀਆਂ ਵਿਧੀਆਂ ਦਾ ਮੁਲਾਂਕਣ ਜਾਂ ਉਪਰੋਕਤ ਸਾਰੀ। ਰਾਈਟ ਆਂਸਰ ਨੰਬਰ 4 ਵਧੀਆ ਜਮਾਤ ਦਾ ਸੰਗਠਨ ਦਾ ਤਰੀਕਾ ਕੀ ਹੋਊਗਾ? ਸਾਰੇ ਆਉਣਗੇ। ਸਮੂਹਿਕ ਕਾਰਜਕ੍ਰਮ ਵੀ ਆਊਗਾ, ਸੈਰ ਸਪਾਟੇ ਦਾ ਪ੍ਰਬੰਧ ਵੀ ਜਾਂ ਕਾਰਜ ਵਿਧੀਆਂ ਦਾ ਮੁਲਾਂਕਣ ਵੀ ਆਊਗਾ। ਅੱਗੇ ਦੇਖੋ, ਬੱਚੇ ਦਾ ਵਿਕਾਸ ਹੇਠ ਲਿਖਿਆਂ ਵਿੱਚੋਂ ਕਿਸ 'ਤੇ ਨਿਰਭਰ ਹੁੰਦਾ ਹੈ? ਉਸਦੇ ਵਾਧੇ 'ਤੇ, ਵਾਤਾਵਰਨ 'ਤੇ, ਮਾਨਸਿਕਤਾ 'ਤੇ ਜਾਂ ਬੁੱਧੀ 'ਤੇ ਵਾਤਾਵਰਨ ਨਾਲ ਮਿਲਣ ਵਾਲੀ ਪਰਿਪੱਕਤਾ 'ਤੇ। ਬੱਚੇ ਦਾ ਜਿਹੜਾ ਵਿਕਾਸ ਹੈ ਕਿਸ ਚੀਜ਼ 'ਤੇ ਨਿਰਭਰ ਹੁੰਦਾ? ਰਾਈਟ ਆਂਸਰ ਨੰਬਰ 4 ਉਸਦੀ ਬੁੱਧੀ ਤੇ ਵਾਤਾਵਰਨ ਨਾਲ ਮਿਲਣ ਵਾਲੀ ਪਰਿਪੱਕਤਾ ਦੇ ਉੱਪਰ। ਅੱਗੇ ਦੇਖੋ, ਬੱਚਿਆਂ ਨੂੰ ਸ਼੍ਰੇਣੀਬੱਧ ਕਰਨ ਦਾ ਤਰੀਕਾ ਹੈ ਬਾਲ ਕੇਂਦਰਿਤ ਸਿੱਖਿਆ ਵਿਵਸਥਾ, ਅਧਿਆਪਕਾਂ ਨੂੰ ਸਿਖਾਉਣ ਵਿਧੀ ਦਾ ਗਿਆਨ ਹੋਣਾ, ਪਾਠ ਸਹਾਇਕ ਕਿਰਿਆਵਾਂ ਦੀ ਸਮੁੱਚੀ ਵਰਤੋਂ ਜਾਂ ਉਪਰੋਕਤ ਸਾਰੇ। ਬੱਚਿਆਂ ਨੂੰ ਸ਼੍ਰੇਣੀਬੱਧ ਕਰਨ ਦਾ ਸਹੀ ਢੰਗ ਕਿਹੜਾ ਹੈ? ਇਸ ਦਾ ਜਿਹੜਾ ਰਾਈਟ ਆਂਸਰ ਹੈ ਜੋ ਨੰਬਰ 4 ਉਪਰੋਕਤ ਸਾਰੇ। ਬਾਲ ਕੇਂਦਰਿਤ ਸਿੱਖਿਆ ਦੀ ਵਿਵਸਥਾ ਵੀ ਹੋਣੀ ਚਾਹੀਦੀ ਹੈ, ਅਧਿਆਪਕਾਂ ਨੇ ਸਿਖਾਉਣ ਦੀ ਵਿਧੀ ਦਾ ਗਿਆਨ ਵੀ ਹੋਣਾ ਚਾਹੀਦਾ ਹੈ, ਪਾਠ ਸਹਾਇਕ ਕਿਰਿਆਵਾਂ ਦੀ ਸਮੁੱਚੀ ਵਰਤੋਂ ਵੀ ਕਰਨੀ ਆਉਣੀ ਚਾਹੀਦੀ ਹੈ। ਅੱਗੇ ਦੇਖੋ, ਬੱਚਿਆਂ ਨੂੰ ਸ਼੍ਰੇਣੀਬੱਧ ਕਰਨ ਦੇ ਉਪਾਅ ਨਹੀਂ ਹਨ। ਆਦਰਸ਼ਵਾਦੀ ਗਿਆਨ, ਵਿਵਹਾਰਿਕ ਗਿਆਨ, ਵਿਸ਼ੇਸ਼ ਰਚਨਾਤਮਕ ਗਿਆਨ ਜਾਂ ਬਾਲ ਕੇਂਦਰਿਤ ਸਿੱਖਿਆ ਵਿਵਸਥਾ। ਕਿਹੜਾ ਉਪਾਅ ਜਿਹੜਾ ਸ਼੍ਰੇਣੀਬੱਧ ਕਰਨ ਢੰਗ ਦਾ ਸਹੀ ਨਹੀਂ ਹੈਗਾ? ਰਾਈਟ ਆਂਸਰ ਹੈ ਨੰਬਰ 1 ਆਦਰਸ਼ਵਾਦੀ ਗਿਆਨ। ਅੱਗੇ ਦੇਖੋ, ਸਿੱਖਿਆ ਮਨੋਵਿਗਿਆਨ ਦੀ ਦੇਣ ਹੈ। ਵਿਸ਼ਾ ਵਸਤੂ ਕੇਂਦਰਿਤ ਸਿੱਖਿਆ, ਬਾਲ ਕੇਂਦਰਿਤ ਸਿੱਖਿਆ, ਅਧਿਆਪਕ ਕੇਂਦਰਿਤ ਸਿੱਖਿਆ ਜਾਂ ਕਿਰਿਆ ਕੇਂਦਰਿਤ ਸਿੱਖਿਆ। ਸਿੱਖਿਆ ਮਨੋਵਿਗਿਆਨ ਦੀ ਕੀ ਦੇਣ ਹੈ? ਰਾਈਟ ਆਂਸਰ ਨੰਬਰ 2 ਬਾਲ ਕੇਂਦਰਿਤ ਸਿੱਖਿਆ। ਅੱਗੇ ਦੇਖੋ, ਲਾਸਟ ਸਾਈਕੀ ਦਾ ਅਰਥ ਹੈ ਮਨੁੱਖੀ ਆਤਮਾ, ਗਿਆਨ ਦੀ ਪੰਡ,
ਬੁੱਧੀ ਅਤੇ ਮਨ ਨੂੰ ਜਾਣਨਾ ਜਾਂ ਉਪਰੋਕਤ ਕੋਈ ਵੀ ਨਹੀਂ। ਸਾਈਕੀ ਦਾ ਅਰਥ ਹੈ ਜੀ ਮਨੁੱਖੀ ਆਤਮਾ, ਠੀਕ ਹੈ। ਸਾਈਕੋਲੋਜੀ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਨਾ। ਸਾਈਕੀ ਦਾ ਕੀ ਅਰਥ ਹੋ ਗਿਆ? ਮਨੁੱਖੀ ਆਤਮਾ, ਠੀਕ ਹੈ ਜੀ। ਸੋ ਥੈਂਕ ਯੂ। ਇਸ ਨਾਲ ਆਪਣੀ ਕਲਾਸ ਇੱਥੇ ਖਤਮ ਹੁੰਦੀ ਹੈ। ਅੱਜ ਆਪਾਂ 30 ਕੁਐਸਚਨ ਕੀਤੇ, ਠੀਕ। ਸੋ ਕਲਾਸ ਪਸੰਦ ਆਏ ਤਾਂ ਲਾਈਕ ਸ਼ੇਅਰ ਕਰਨਾ, ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਵੀ ਜ਼ਰੂਰ ਕਰਨਾ, ਠੀਕ ਹੈ ਜੀ। ਸੋ ਮਿਲਦੇ ਹਾਂ ਕੱਲ੍ਹ ਨੂੰ। ਸੋ ਥੈਂਕ ਯੂ ਇੱਕ ਨਵੀਂ ਕਲਾਸ ਦੇ ਨਾਲ। ਸੋ ਥੈਂਕ ਯੂ, ਟੇਕ ਕੇਅਰ, ਬਾਏ।